ਦਰਸ਼ਕਾਂ ਦਾ ਪ੍ਰੋਗਰਾਮ USA ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਕੁਝ ਗੱਲਾਂ ਬਾਤਾਂ, ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਅਮਰੀਕਾ ਦੇ ਵਿੱਚ ਅਖਬਾਰਾਂ ਦੇ ਵਿੱਚ ਸੁਰਖੀਆਂ ਕੀ ਹੈ, 4-5 ਖਬਰਾਂ ਕਿਹੜੀਆਂ ਸਭ ਤੋਂ ਵੱਧ ਚਰਚਾ ਦੇ ਵਿੱਚ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਸਭ ਤੋਂ ਪਹਿਲਾਂ ਕੱਲ੍ਹ ਦੀ ਇੱਕ ਖਬਰ ਜਿਹੜੀ ਉਸੇ ਤਰ੍ਹਾਂ ਚੱਲ ਰਹੀ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਉੱਪਰ ਕਾਰਵਾਈ ਹੋਈ ਆ। ਪਹਿਲੀ ਵਾਰੀ ਆ ਕਿ ਅਮਰੀਕਾ ਦੇ ਇਤਿਹਾਸ ਦੇ ਵਿੱਚ ਕਿਸੇ ਰਾਸ਼ਟਰਪਤੀ ਸਾਬਕਾ ਰਾਸ਼ਟਰਪਤੀ ਦੇ ਉੱਤੇ ਚਾਰਜ ਲੱਗੇ ਹੋਣ। ਦੂਜੀ ਗੱਲਬਾਤ ਕਰਨੀ ਹੈ ਕਿ ਟੋਰਨੇਡੋ ਦਾ ਮੌਸਮ ਆ, ਇਸ ਵੇਲੇ ਕਈ ਇਲਾਕਿਆਂ ਦੇ ਵਿੱਚ ਟੋਰਨੇਡੋ ਕੋ ਵਾਰਨਿੰਗਸ ਦਿੱਤੀਆਂ ਗਈਆਂ, ਵਾਚ ਆ, ਤਬਾਹੀ ਹੋ ਸਕਦੀ ਹੈ। ਇਹਦੇ ਨਾਲ ਮੈਡੀਕੇਡ ਦਾ ਲਾਭ ਬੰਦ ਹੋ ਜਾਣਾ ਕਰੋਨਾ ਵਾਇਰਸ ਤੋਂ ਬਾਅਦ। ਜਿੱਦਾਂ ਜਿੱਦਾਂ ਇਹ ਚੀਜ਼ਾਂ ਹਟ ਰਹੀਆਂ, ਮੈਡੀਕੇਡ ਦੇ ਨਾਲ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਊਗਾ ਜਿਨ੍ਹਾਂ ਨੂੰ ਇਹ ਫਾਇਦਾ ਨਹੀਂ ਮਿਲਣਾ। ਅਤੇ ਅਮਰੀਕੀ ਪੱਤਰਕਾਰ ਦੀ ਗ੍ਰਿਫਤਾਰੀ ਦਾ ਮਾਮਲਾ ਕਾਫੀ ਚਰਚਾ ਦੇ ਵਿੱਚ ਹੈ, ਰੂਸ ਦੇ ਨਾਲ ਸੰਬੰਧਾਂ ਨੂੰ ਲੈ ਕੇ। ਅਤੇ ਅਮਰੀਕਾ ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ ਪਿਛਲੇ ਸਮੇਂ ਦੇ ਵਿੱਚ ਵਧੀ ਹੈ। ਇਹ ਵੀ ਅੱਜ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ। ਸਭ ਤੋਂ ਪਹਿਲੀ ਖਬਰ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਬਾਰੇ। ਮੈਨਹੈਟਨ ਗ੍ਰੈਂਡ ਜੂਰੀ ਨੇ ਵੋਟ ਪਾਈ ਆ ਇੰਡਿਕਟ ਕਰਨ ਦੇ ਲਈ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ। ਅਤੇ ਇਹ ਇਤਿਹਾਸ ਬਣ ਗਿਆ, ਪਹਿਲੀ ਵਾਰ ਅਮਰੀਕਾ ਦੇ ਇਤਿਹਾਸ ਦੇ ਵਿੱਚ ਕਿਸੇ ਵਿਅਕਤੀ ਨੇ ਜਿਹੜਾ ਕਮਾਂਡਰ ਇਨ ਚੀਫ ਹੋਵੇ ਅਤੇ ਬਾਅਦ ਦੇ ਵਿੱਚ ਉਹਨੂੰ ਚਾਰਜ ਕੀਤਾ ਗਿਆ ਹੋਵੇ ਕਿਸੇ ਕ੍ਰਾਈਮ ਦੇ ਲਈ। ਪਹਿਲੀ ਵਾਰ ਇਹ ਅਮਰੀਕਾ ਦੇ ਇਤਿਹਾਸ ਦੇ ਵਿੱਚ ਹੋਇਆ। ਅਤੇ ਜਿਹਦੇ ਨਾਲ 2024 ਦੀ ਜਿਹੜੀ ਇਲੈਕਸ਼ਨ ਹੋਣੀ ਹੈ ਰਾਸ਼ਟਰਪਤੀ ਦੀ, ਉਹਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਆ ਡੋਨਲਡ ਟਰੰਪ ਦੇ ਭਵਿੱਖ ਨੂੰ ਲੈ ਕੇ। ਹਾਲਾਂਕਿ ਚਾਰਜ ਲੱਗਣ ਤੋਂ ਬਾਅਦ ਕੁਛ ਵੀ ਇੱਦਾਂ ਦਾ ਨਹੀਂ ਹੋ ਸਕਦਾ, ਵੀ ਇੱਦਾਂ ਨਹੀਂ ਹੁੰਦਾ ਕਿ ਇਹਨਾਂ ਨੂੰ ਮੁੜ ਕੇ ਚੋਣ ਨਹੀਂ ਲੜ ਸਕਦੇ, ਚੋਣ ਲੜ ਸਕਦੇ, ਪਰ ਫਿਰ ਵੀ ਪਹਿਲੀ ਵਾਰੀ ਇਹ ਚੀਜ਼ ਹੋਈ ਹੈ। ਕਾਫੀ ਦਿਨ ਪਹਿਲਾਂ ਸਾਬਕਾ ਰਾਸ਼ਟਰਪਤੀ ਟਰੰਪ ਨੇ ਕਹਿ ਦਿੱਤਾ ਸੀ ਵੀ ਮੈਨੂੰ ਇਹਨਾਂ ਨੇ ਗ੍ਰਿਫਤਾਰ ਕਰ ਲੈਣਾ ਅਤੇ ਤੁਸੀਂ ਇਕੱਠੇ ਹੋ ਜਿਓ ਅਤੇ ਆਪਾਂ ਦੇਸ਼ ਨੂੰ ਬਚਾਉਣਾ ਅਤੇ ਵਾਪਸ ਆਪਣਾ ਦੇਸ਼ ਲੈਣਾ ਆ। ਉਹਦੇ 'ਤੇ ਬਹੁਤ ਕੰਟਰੋਵਰਸੀ ਹੋਈ ਸੀ, ਪਰ ਹੋਇਆ ਕੁਛ ਨਹੀਂ। ਫਿਰ ਗੱਲਬਾਤ ਹੋਈ ਸੀ ਕਿ ਅਪ੍ਰੈਲ 2025 ਤੱਕ ਟਲ ਜਾਣੀ ਹੈ ਗੱਲਬਾਤ, ਹਜੇ ਨਹੀਂ ਹੋਊਗਾ। ਪਰ ਹੁਣ ਜਿਹੜਾ ਇਹ ਫੈਸਲਾ ਆਇਆ ਆ, ਹਾਲਾਂਕਿ ਚਾਰਜ ਕਿਹੜੇ ਲਾਏ ਇਹ ਨਹੀਂ ਦੱਸੇ। ਉਹਨਾਂ ਨੇ ਕੀਤਾ ਕੀ ਹੈ ਕਿ ਮੰਨ ਲਿਆ ਇਹਨਾਂ ਨੇ ਆਹ ਕੰਮ ਕੀਤਾ ਹੈ ਅਤੇ ਉਹਦੇ ਤੋਂ ਬਾਅਦ ਉਹਨੂੰ ਬੰਦ ਕਰਕੇ, ਉਹਨੂੰ ਸੀਲ ਕਰਕੇ ਤੇ ਰੱਖ ਦਿੱਤਾ ਆ। ਹੁਣ ਉਹਦੇ ਤੋਂ ਬਾਅਦ ਉਹਨੂੰ ਖੋਲ੍ਹਣਗੇ, ਜਾਂ ਹੁਣ ਦੋ ਕੰਮ ਹੋ ਸਕਦੇ ਆ ਇਸ ਤੋਂ ਬਾਅਦ, ਜਾਂ ਤਾਂ ਇਹ ਡੋਨਲਡ ਟਰੰਪ ਨੂੰ ਅਰੈਸਟ ਕਰਨਗੇ ਜਾਂ ਉਹ ਸਰੈਂਡਰ ਕਰਨਗੇ, ਮਤਲਬ ਉੱਥੇ ਜਾਣਾ ਹੀ ਪੈਣਾ ਇਹਨਾਂ ਨੂੰ। ਅਤੇ ਉਹਦੇ ਤੋਂ ਬਾਅਦ ਫਿਰ ਇਹਨਾਂ ਦੇ ਦੋਸ਼ ਹੈਗੇ ਆ ਵੀ ਉਹ ਕੀ ਬਣਦਾ ਕੀ ਨਹੀਂ ਬਣਦਾ। ਹੋ ਸਕਦਾ ਉਹਦੇ ਵਿੱਚੋਂ ਬਚ ਜਾਣ, ਹੋ ਸਕਦਾ ਉਹਨਾਂ ਨੂੰ ਦੋਸ਼ੀ ਸਿੱਧ ਕਰ ਦਿੱਤਾ ਜਾਵੇ। ਫਿਰ ਆਪਣਾ ਵਕੀਲ ਹੋਊਗਾ ਅਤੇ ਫਿਰ ਉਹ ਬਹਿਸਾਂ ਹੋਣਗੀਆਂ ਅਤੇ ਆਖਿਰਕਾਰ ਜਿਹੜਾ ਫੈਸਲਾ ਹੋਊਗਾ। ਪਰ ਪਹਿਲਾ ਸਟੈਪ ਜਿਹੜਾ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੇ ਮੰਨ ਲਿਆ ਵੀ ਇਹ ਚਾਰਜਿਸ ਲਾ ਦਿੱਤੇ ਆ, ਅਤੇ ਹੁਣ ਪ੍ਰੂਵ ਹੁੰਦੇ ਆ ਕਿ ਨਹੀਂ ਹੁੰਦੇ ਇਹ ਬਾਅਦ ਦੀ ਗੱਲ ਆ। ਜਿਹੜੀ ਇੰਡਿਕਟਮੈਂਟ ਆ ਇਹਨੂੰ ਸੀਲ ਕਰ ਦਿੱਤਾ ਇਹਨਾਂ ਨੇ, ਜਿਹਦਾ ਮਤਲਬ ਇਹ ਆ ਕਿ ਸਪੈਸੀਫਿਕ ਚਾਰਜਿਸ ਜਾਂ ਕੋਈ ਵੀ ਚਾਰਜ ਜਿਹੜਾ ਉਹਨੂੰ ਪਬਲਿਕਲੀ ਨਹੀਂ ਦੱਸਿਆ, ਲੋਕਾਂ ਨੂੰ ਨਹੀਂ ਦੱਸਿਆ ਵੀ ਕਿਹੜੇ ਲਾਏ ਆ। ਪਰ ਜਿਹੜੀ ਗ੍ਰੈਂਡ ਜਿਊਰੀ ਆ ਉਹ ਐਵੀਡੈਂਸ ਸੁਣੂਗੀ ਇਹਦੇ ਵਿੱਚ, ਔਰ ਮਾਮਲਾ ਸਿੱਧਾ ਹੀ ਆ। ਜਿਹੜੀ ਐਵੀਡੈਂਸ ਇਹਦੇ ਜਿਹੜਾ ਮਾਮਲਾ ਆ ਕਿ ਜਿਹੜੀ ਅਡਲਟ ਫਿਲਮ ਐਕਟਰੈਸ ਹੈਗੀ ਆ ਸਟੋਮੀ ਡੇਨੀਅਲ, ਉਹਨੂੰ ਇਹਨਾਂ ਨੇ $1,30,000 ਦਿੱਤਾ 2016 ਦੇ ਵਿੱਚ ਸਾਬਕਾ ਰਾਸ਼ਟਰਪਤੀ ਟਰੰਪ ਨੇ ਆਪਣੇ ਵੋਟਾਂ ਤੋਂ ਪਹਿਲਾਂ। ਅਤੇ ਗੱਲ ਇਹ ਕਹੀ ਜਾਂਦੀ ਕਿ ਇਹਨਾਂ ਦੀ ਉਹਨਾਂ ਨਾਲ ਪੁਰਾਣੀ ਕਹਾਣੀ ਚੱਲਦੀ ਸੀ, ਕੋਈ 2006 ਦੇ ਵਿੱਚ ਆਪਸ ਦੇ ਵਿੱਚ ਇਹਨਾਂ ਦੇ ਸੰਬੰਧ ਸੀਗੇ। ਅਤੇ ਉਹ ਜਦੋਂ ਫਿਰ ਇਹ ਰਾਸ਼ਟਰਪਤੀ ਦੀ ਚੋਣ ਲੜਨ ਲੱਗੇ ਅਤੇ ਉਹ ਗੱਲਬਾਤ ਸਾਹਮਣੇ ਆ ਜਾਣੀ ਸੀ, ਅਤੇ ਇਹਨਾਂ ਨੇ ਵਿਚਲੇ ਬੰਦੇ ਦੇ ਥਰੂ $1,30,000 ਦਿੱਤਾ ਅਤੇ ਵਿਚਲਾ ਬੰਦਾ ਮੁੜ ਕੇ ਦੂਜੇ ਪਾਸੇ ਚਲੇ ਗਿਆ। ਗੱਲ ਖੁੱਲ੍ਹ ਗਈ ਅਤੇ ਸਾਰੀ ਕਹਾਣੀ ਸਾਹਮਣੇ ਆ ਗਈ ਅਤੇ ਇਹਨਾਂ ਦੇ ਉੱਤੇ ਇਹ ਚਾਰਜ ਆਖਿਰਕਾਰ ਲੱਗ ਗਏ ਆ। ਇੱਕ ਧਿਰ ਇਹ ਕਹਿੰਦੀ ਸੀ ਵੀ ਚਾਰਜ ਲੱਗਣੇ ਨਹੀਂ, ਰੌਲਾ ਪੈ ਗਿਆ ਵੀ ਇਹਨਾਂ ਨੇ ਪੈਸੇ ਦਿੱਤੇ ਆ, ਅਤੇ ਉਹ ਗੱਲਬਾਤ ਸਾਹਮਣੇ ਆ ਰਹੀ ਆ ਵੀ ਅਮਰੀਕਾ ਦੇ ਇਤਿਹਾਸ 'ਚ ਕਦੇ ਹੋਇਆ ਹੀ ਨਹੀਂ ਕਿ ਸਾਬਕਾ ਰਾਸ਼ਟਰਪਤੀ ਨੂੰ ਇੱਦਾਂ ਕਰ ਦਿੱਤਾ ਜਾਵੇ। ਪਰ ਹੁਣ ਕੋਈ ਵੀ ਬੰਦਾ ਕਾਨੂੰਨ ਤੋਂ ਉੱਤੇ ਤਾਂ ਕਹਿ ਨਹੀਂ ਸਕਦੇ, ਜੇ ਪਹਿਲਾਂ ਨਹੀਂ ਹੋਇਆ ਉਹ ਕਦੇ ਵੀ ਹੋ ਸਕਦਾ, ਕਾਨੂੰਨ ਤੋਂ ਉੱਥੇ ਹੀ ਆ। ਅਤੇ ਉਹੀ ਕੁਛ ਜਿਹੜਾ ਸੀ ਉਹ ਹੋ ਗਿਆ। ਸੋ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਮੰਗਲਵਾਰ ਨੂੰ ਜਿਹੜਾ 2:15 ਵਜੇ ਉੱਥੇ ਹੋਣਗੇ, ਜਿਹੜੇ ਇਹ ਅਪੀਅਰ ਹੋਣਗੇ ਉੱਥੇ, ਜਿਹੜੇ ਇਸ ਮਾਮਲੇ ਦੇ ਬਾਰੇ ਜਾਣਦੇ ਆ ਉਹ ਦੱਸਦੇ ਆ ਕਿ ਉੱਥੇ ਜਾ ਕੇ ਫਿਰ ਜਿਹੜੀ ਅਨਾਊਂਸਮੈਂਟ ਕੀ ਹੁੰਦੀ ਆ। ਅਤੇ ਜਦੋਂ ਇਹਨਾਂ ਨੇ ਹੁਣ ਕਿਉਂਕਿ ਕੰਪੇਨਿੰਗ ਵੀ ਸ਼ੁਰੂ ਕੀਤੀ ਆ ਵੀ 24 ਦੇ ਵਿੱਚ ਮੈਂ ਰਾਸ਼ਟਰਪਤੀ ਫਿਰ ਬਣਨਾ। ਹਾਲਾਂਕਿ ਇਹਨਾਂ ਦੀ ਆਪਣੀ ਪਾਰਟੀ ਦੇ ਵਿੱਚ ਚਾਹੇ ਉਹ ਰੌਨ ਡਿਸੈਂਟਿਸ ਆ ਅਤੇ ਚਾਹੇ ਨਿੱਕੀ ਹੇਲੀ ਆ, ਗੱਲਬਾਤ ਇਹਨਾਂ ਨੂੰ ਚੈਲੰਜਸ ਤਾਂ ਹੈਗੇ ਆ, ਪਰ ਇਹ ਨਹੀਂ ਹੋਰ ਸਮੱਸਿਆ ਪੈਦਾ ਕਰ ਦਿੱਤੀ ਇਹਨਾਂ ਦੀ ਕਿ ਜਿਹੜਾ ਇਹਨਾਂ ਦੇ ਉੱਤੇ ਹੋਰ ਵੀ ਕ੍ਰਿਮੀਨਲ ਜਿਹੜੇ ਹੈਗੇ ਆ ਪ੍ਰੋਬਸ ਨੇ। ਜਾਰਜੀਆ, ਵਾਸ਼ਿੰਗਟਨ DC ਦੇ ਵਿੱਚ ਜਿਹੜਾ ਇਹਨਾਂ ਨੇ ਇਲੈਕਸ਼ਨ ਨੂੰ ਓਵਰਟਰਨ ਕੀਤਾ ਸੀ, ਉਹ ਹਜੇ ਹਿਸਾਬ ਕਿਤਾਬ ਇਹਨਾਂ ਦਾ ਵੱਖਰਾ ਪਿਆ, ਅਤੇ ਇਹਦੇ ਵਿੱਚ ਹੀ ਇਹ ਬੁਰੀ ਤਰ੍ਹਾਂ ਫਸ ਗਏ ਆ। ਅਤੇ ਹੁਣ ਦੱਸਦੇ ਇਹ ਆ ਕਿ ਬੜਾ ਸੰਜੀਦਾ ਸਵਾਲ ਇਸ ਚੀਜ਼ ਨੇ ਇਹਨਾਂ ਦੇ ਉੱਤੇ ਚੱਕੇ ਆ, ਜਿਹੜੀ ਨੈਸ਼ਨਲ ਸਿਕਿਉਰਿਟੀ ਆ, ਉਹਦਾ ਜਿਹੜਾ ਬੇਸਿਕ ਫੰਕਸ਼ਨ ਹੈ ਡੈਮੋਕ੍ਰੇਸੀ ਦਾ, ਉਹਦੇ ਉੱਤੇ ਨਿਊਯਾਰਕ ਕੇਸ ਦੇ ਵਿੱਚ ਜਿਹੜੇ ਹਸ਼ ਮਨੀ ਪਲਾਨ ਸੀਗਾ ਟਰੰਪ ਦਾ, ਜਿਹੜਾ ਇਹਨਾਂ 'ਤੇ ਲੱਗਾ ਸੀ ਕਿ ਇਹਨਾਂ ਨੇ ਪ੍ਰੈਜ਼ੀਡੈਂਟ ਬਣੇ ਆ ਅਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਪੈਸੇ ਦਿੱਤੇ ਆ, ਅਤੇ ਉਹ ਗੱਲਬਾਤ ਸਾਹਮਣੇ ਆਈ ਆ। ਇਹ
ਆਧੁਨਿਕ ਅਮਰੀਕਾ ਦੇ ਇਤਿਹਾਸ ਦੇ ਵਿੱਚ ਸ਼ਾਇਦ ਪਹਿਲੀ ਵਾਰੀ ਇਹ ਸਾਰੀ ਗੱਲਬਾਤ ਵਾਪਰੀ ਆ। ਹੁਣ ਜਦੋਂ ਚਾਰਜ ਕਰ ਦਿੱਤਾ, ਹੋ ਸਕਦਾ ਇਹ ਜਿਹੜੇ ਗਿਲਟੀ ਹੋਣ ਜਾਂ ਨਾ ਹੋਣ, ਪਰ ਇਹ ਦੋਵਾਂ ਚੀਜ਼ਾਂ ਦੇ ਨਾਲ ਡਿਸਕੁਆਲੀਫਾਈ ਨਹੀਂ ਹੁੰਦੇ। ਇਹਦਾ ਨਹੀਂ ਕਹਿ ਸਕਦੇ ਵੀ ਇਹ ਵੋਟਾਂ 'ਚ ਨਹੀਂ ਖੜੇ ਹੋ ਸਕਦੇ ਆ, ਭਾਵੇਂ ਗਿਲਟੀ ਵੀ ਹੋ ਗਏ ਇਹ ਫਿਰ ਵੀ ਹੋ ਸਕਦੇ, ਉਹਦੇ ਨਾਲ ਵੀ ਕੋਈ ਫਰਕ ਨਹੀਂ ਪੈਂਦਾ। ਪਰ ਟਰੰਪ ਉਹਨਾਂ ਨੇ ਹਜੇ ਤੱਕ ਡਿਨਾਈ ਕੀਤਾ ਇਹ ਸਾਰਾ ਕੁਛ ਕਿ ਉਹਨਾਂ ਦਾ ਇਹਨਾਂ ਡੇਨੀਅਲ ਦੇ ਨਾਲ ਕੋਈ ਅਫੇਅਰ ਸੀਗਾ ਜਾਂ ਗੱਲਬਾਤ ਸੀਗੀ। ਇਹ ਮੁੱਢੋਂ ਸੁੱਢੋਂ ਰੱਦ ਕਰਦੇ ਆਏ ਆ, ਅਤੇ ਗੱਲ ਦੂਜੇ ਪਾਸੇ ਜਿਹੜੀ ਆ ਉਹ ਖੁੱਲ੍ਹ ਗਈ ਆ, ਅਤੇ ਇਹਨੂੰ ਹੁਣ ਦੇਖਿਆ ਜਾ ਰਿਹਾ ਕਿ ਮਾਮਲਾ ਕਿੱਥੇ ਜਾ ਕੇ ਇਹ ਨਿਬੜਦਾ ਆ। ਬਹੁਤ ਲੰਬਾ ਸਮਾਂ ਜਿਹੜੇ ਲਾਅ ਇਨਫੋਰਸਮੈਂਟ ਆਫਿਸਰਸ ਆ ਉਹਨਾਂ ਦੇ ਨਾਲ ਇਹਨਾਂ ਦੀ ਇਹ ਗੱਲਬਾਤ ਇਸ ਤਰ੍ਹਾਂ ਦੀ ਰਹੀ ਆ, ਜਿਹਦੇ ਵਿੱਚ ਇਹਨਾਂ ਨੇ ਕਈ ਵਾਰੀ ਕੀਤਾ, ਇਹ ਵੀ ਕਿਹਾ ਕਿ ਡੈਮੋਕ੍ਰੇਟਸ ਨੇ ਮਤਲਬ ਇਹ ਵੀ ਕਿਹਾ ਸੀ ਵੀ ਇਹ ਝੂਠ ਬੋਲਿਆ ਜਾਂ ਚੀਟ ਕੀਤਾ ਆ, ਜਾਂ ਇੱਦਾਂ ਦੀਆਂ ਹੋਰ ਗੱਲਾਂ ਬਾਤਾਂ ਜਿਹੜੀਆਂ ਹੋਈਆਂ, ਇਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਆ। ਪਰ ਉਹ ਸਾਰਾ ਕੁਛ ਜਿਹੜਾ ਇੱਕ ਪਾਸੇ ਰਹਿ ਗਿਆ, ਅਤੇ ਹੁਣ ਜਿਹੜਾ ਕਾਨੂੰਨ ਆ ਉਹਨੇ ਆਪਣਾ ਕੰਮ ਉਸੇ ਤਰ੍ਹਾਂ ਕੀਤਾ ਆ। ਅਤੇ ਇਹ ਹੁਣ ਜਿਹੜੀ ਲੋਅਰ ਮੈਨਹਾਟਨ ਕੋਰਟ ਹਾਊਸ ਆ, ਉੱਥੇ ਇਹ ਗੱਲਬਾਤ ਜਦੋਂ ਹੋਈ ਆ, ਅਤੇ ਇਹਨੂੰ ਹੁਣ ਫਿਰ ਉਹ ਜਿਹੜਾ ਇਹਨਾਂ ਨੇ ਸੀਲ ਕਰ ਦਿੱਤੀਆਂ, ਇਹ ਹੁਣ ਇਹਨੂੰ ਮੁੜ ਕੇ ਅਨਸੀਲਡ ਕਰਨਾ ਆ ਇਹਨਾਂ ਨੇ। ਜਦੋਂ ਟਰੰਪ ਹੋਣਾ ਨੇ ਕੋਰਟ ਦੇ ਵਿੱਚ ਆਉਣਾ, ਉਹ ਤੋਂ ਪਹਿਲਾਂ ਅਨਸੀਲ ਕਰਨਾ ਉਹਨੂੰ, ਅਤੇ ਦੱਸਣਾ ਆ। ਅਤੇ ਫਿਰ ਜਿੱਦਾਂ ਕੋਈ ਵੀ ਕ੍ਰਿਮੀਨਲ ਡਿਫੈਂਡੈਂਟ ਹੁੰਦਾ, ਕੋਈ ਵੀ ਜਿਹਦੇ 'ਤੇ ਚਾਰਜ ਲੱਗੇ ਹੁੰਦੇ, ਉਹ ਕਰਦਾ, ਉਸੇ ਤਰ੍ਹਾਂ ਹੀ ਉਹਦਾ ਪ੍ਰੋਸੈਸ ਹੋਊਗਾ, ਜਿਹਦੇ ਵਿੱਚ ਇਹਨਾਂ ਦੇ ਹੁਣ ਮਤਲਬ ਇੱਕ ਦੋਸ਼ੀ ਦੀ ਤਰ੍ਹਾਂ। ਕਮਾਲ ਦੀ ਗੱਲ ਇਹ ਆ, ਔਰ ਜਿਹੜੀ ਬੜੀ ਸ਼ਰਮਨਾਕ ਵੀ ਮੰਨੀ ਜਾ ਰਹੀ ਆ, ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਦੀਆਂ ਬਿਲਕੁਲ ਜਿੱਦਾਂ ਕ੍ਰਿਮੀਨਲ ਹੁੰਦੇ ਉੱਦਾਂ ਫਿੰਗਰਪ੍ਰਿੰਟ ਹੋਣੇ ਆ, ਅਤੇ ਉਸੇ ਤਰ੍ਹਾਂ ਇਹਨਾਂ ਦੀ ਫੋਟੋ ਖਿੱਚੀ ਜਾਣੀ ਆ। ਸਿਕਿਉਰਿਟੀ ਕੰਸਰਨ ਹਾਲਾਂਕਿ ਉੱਥੇ ਹੈਗੇ ਆ, ਸਾਰਾ ਕੁਛ ਉੱਥੇ ਕਹਿੰਦੇ ਪ੍ਰਬੰਧ ਕੀਤਾ ਜਾਣਾ, ਪਰ ਇਹਨਾਂ ਨੂੰ ਟਰੀਟ, ਇਹ ਕਾਨੂੰਨ ਦੀ ਵੀ ਇੱਥੇ ਦੀ ਜਿਹੜੀ ਖਾਸ ਗੱਲ ਆ ਵੀ ਉਹਦੇ ਲਿਹਾਜ਼ ਦੇ ਵਿੱਚ ਫਿਰ ਇਹ ਜਿੱਦਾਂ ਆਮ ਕਿਸੇ ਵਿਅਕਤੀ ਦੇ ਉੱਤੇ ਕੋਈ ਦੋਸ਼ ਲੱਗਦਾ ਅਤੇ ਉਹਨੂੰ ਲੈ ਕੇ ਜਾਂਦੇ ਆ, ਉਹੀ ਤਰੀਕਾ ਇਹਨਾਂ ਦੇ ਉੱਤੇ ਵਰਤਿਆ ਜਾਣਾ, ਉਸੇ ਤਰੀਕੇ ਦੇ ਨਾਲ ਇਹਨਾਂ ਦੇ ਉੱਤੇ ਸਾਰੀ ਕਾਰਵਾਈ ਹੋਣੀ ਆ। ਅਤੇ ਹਾਲਾਂਕਿ ਬਾਰ-ਬਾਰ ਇਹ ਕਹਿੰਦੇ ਆਏ ਆ ਵੀ ਮੇਰਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈ, ਜਾਣ ਬੁੱਝ ਕੇ ਸਾਰਾ ਕੁਛ ਕੀਤਾ ਜਾ ਰਿਹਾ ਆ। ਅਤੇ ਪਰ ਹੁਣ ਜਦੋਂ ਇਹ ਸਾਹਮਣੇ ਆ ਗਿਆ, ਅਤੇ ਇਹਦੇ ਤੋਂ ਬਾਅਦ ਦੇਖੋ ਭਵਿੱਖ ਦੇ ਵਿੱਚ ਅੱਗੇ ਕੀ ਹੁੰਦਾ ਆ। ਕਈ ਤਰ੍ਹਾਂ ਦੇ ਸਵਾਲ ਅਮਰੀਕਾ ਦੇ ਵਿੱਚ ਪਹਿਲੀ ਵਾਰੀ ਇਹ ਦੋਸ਼ ਲੱਗੇ ਆ, ਪਰ ਕਿਸੇ ਵੀ ਰਾਸ਼ਟਰਪਤੀ ਦੇ ਗਲਤ ਸੰਬੰਧ ਜਾਂ ਕਿਸੇ ਹੋਰ ਦੇ ਨਾਲ ਸੰਬੰਧ ਹੋਣ ਦੇ ਬਾਰੇ ਕੋਈ ਇਹ ਨਵੀਂ ਗੱਲ ਨਹੀਂ ਆ। ਬੜਾ ਲੰਬਾ ਚੌੜਾ ਇਤਿਹਾਸ ਆ ਅਮਰੀਕਾ ਦੇ ਰਾਸ਼ਟਰਪਤੀਆਂ ਦਾ ਇੱਦਾਂ ਦੀਆਂ ਗੱਲਾਂ ਦੇ ਵਿੱਚ। ਬਿਲ ਕਲਿੰਟਨ ਤੋਂ ਲੈ ਕੇ ਮੋਨਿਕਾ ਲੈਵਿੰਸਕੀ ਵਾਲਾ ਕੇਸ, ਅਤੇ ਉਹਦੇ ਤੋਂ ਬਾਅਦ ਪਹਿਲੇ ਕਿੰਨੇ 5-6 ਜਿਹੜੇ ਰਾਸ਼ਟਰਪਤੀ ਹੋਏ ਆ ਜਿਨ੍ਹਾਂ ਦੇ ਉੱਤੇ ਕੋਈ ਨਾ ਕੋਈ ਇੱਦਾਂ ਦੇ ਦੋਸ਼ ਲੱਗਦੇ ਆਏ ਆ। ਕਈ ਵਾਰੀ DNA ਟੈਸਟ ਹੋਏ, ਤਾਂ ਬੱਚਿਆਂ ਦੇ ਜਿਹੜੇ ਗਾਂਹ DNA ਸੀਗੀ ਉਹ ਵੀ ਉਹਨਾਂ ਦੇ ਨਾਲ ਮਿਲਦੇ ਰਹੇ ਆ, ਪਰ ਕਿਸੇ ਦੇ ਉੱਤੇ ਵੀ ਇੱਦਾਂ ਚਾਰਜ ਨਹੀਂ ਸੀ ਲੱਗੇ। ਪਹਿਲੀ ਵਾਰੀ ਅਮਰੀਕਾ ਦੇ ਇਤਿਹਾਸ ਵਿੱਚ ਹੋਇਆ ਕਿ ਰਾਸ਼ਟਰਪਤੀ ਦੇ ਉੱਤੇ ਇਹ ਚਾਰਜ ਲਾਏ ਗਏ ਆ। ਅਗਲੀ ਗੱਲਬਾਤ ਮੌਸਮ ਨੂੰ ਲੈ ਕੇ ਆ। ਅਮਰੀਕਾ ਦੇ ਵਿੱਚ ਟੋਰਨੇਡੋਜ਼ ਬਹੁਤ ਆਉਂਦੇ ਆ। ਇਹਨਾਂ 1-2 ਦਿਨਾਂ ਦੇ ਵਿੱਚ ਵੀ ਦੱਸਦੇ ਆ ਕਿ ਕਾਫੀ ਥਾਵਾਂ ਦੇ ਉੱਤੇ 5-6 ਸਟੇਟਾਂ ਦੇ ਵਿੱਚ ਹਾਲਤ ਜਿਹੜੀ ਉਹ ਮਾੜੀ ਹੋਣੀ ਆ। ਜਿਹੜੇ ਹੁਣ ਇਹ ਇਸ ਵੇਲੇ ਦੱਸਿਆ ਜਾ ਰਿਹਾ ਕਿ ਇਹ ਸੀਜ਼ਨ ਹੁੰਦਾ ਇਹਦਾ ਟੋਰਨੇਡੋਜ਼ ਦਾ, ਜਦੋਂ ਬਹੁਤ ਜ਼ਿਆਦਾ ਇਹ ਮਤਲਬ ਵਾਵ ਰੋਲੇ ਜਿਹੇ ਹਵਾ ਦੇ ਜਿਹੜੇ ਬਣ ਕੇ ਫਿਰ ਉਹ ਉੱਚੇ ਚਲੇ ਜਾਂਦੇ ਆ, ਅਤੇ ਜੋ ਕੁਛ ਉਹਨਾਂ ਦੇ ਅੱਗੇ ਆਉਂਦਾ ਫਿਰ ਉਹਨੂੰ ਸਾਰਿਆਂ ਨੂੰ ਤਬਾਹ ਕਰ ਲੈਂਦੇ। ਇਹ ਟੋਰਨੇਡੋ ਇਕੱਲੇ ਅਮਰੀਕਾ ਦੇ ਵਿੱਚ ਨਹੀਂ, ਪੂਰੀ ਦੁਨੀਆ ਦੇ ਵਿੱਚ ਹੀ ਬਹੁਤ ਆ, ਪਰ ਅਮਰੀਕਾ ਦੇ ਵਿੱਚ ਖਾਸ ਤੌਰ ਦੇ ਉੱਤੇ ਕਿਸੇ ਵੀ ਦੇਸ਼ ਨਾਲੋਂ ਜ਼ਿਆਦਾ ਟੋਰਨੇਡੋ ਇੱਥੋਂ ਆਉਂਦੇ ਆ। ਇਹ ਜਿਹੜੇ ਚੱਕਰਵਰਤੀ ਤੂਫਾਨ ਜੇ ਹੁੰਦੇ ਆ, ਲਗਭਗ 1100 ਤੋਂ 1200 ਸਾਲ ਦੇ ਵਿੱਚ ਐਵਰੇਜ ਆ ਵੀ ਇੱਥੇ ਆਉਣੇ ਹੀ ਆਉਣੇ ਆ। ਕਈ ਜਿਹੜੇ ਟੋਰਨੇਡੋ ਆ ਉਹ ਇਹਦੀ ਜਿਓਗ੍ਰਾਫੀ ਇੱਦਾਂ ਦੀ ਆ, ਇਹਦਾ ਵਾਤਾਵਰਨ ਇੱਦਾਂ ਦਾ ਆ, ਅਤੇ ਉਹ ਸਾਰਾ ਕੁਛ ਜ਼ਿੰਮੇਵਾਰ ਹੋ ਜਾਂਦਾ ਇਹਦੇ ਲਈ। ਠੰਡੀ ਹਵਾ, ਗਰਮ ਹਵਾ ਜਦੋਂ ਮਿਕਸ ਹੁੰਦੀ ਆ, ਜਾਂ ਉੱਥੇ ਦੀ ਜਿਹੜੀ ਹਿਊਮਿਡਿਟੀ ਆ, ਹਵਾ ਦੇ ਵਿੱਚ ਨਮੀ ਆ, ਉਹ ਜ਼ਿੰਮੇਵਾਰ ਬਣਦੀ ਆ ਇਹਨੂੰ ਕਿ ਇੱਕ ਹਵਾ ਦਾ ਵਾਵ ਰੋਲਾ ਜਿਹਾ ਬਣਦਾ, ਅਤੇ ਉਹ ਇੰਨਾ ਜ਼ਬਰਦਸਤ ਬਣਦਾ ਕਿ ਸਾਰਾ ਕੁਛ ਤਬਾਹ ਕਰਕੇ ਲੈ ਜਾਂਦਾ। ਟੋਰਨੇਡੋ ਹੈ ਕੀ? ਜਿਹੜਾ ਨੈਸ਼ਨਲ ਵੈਦਰ ਸਰਵਿਸ ਆ ਉਹ ਇਹ ਕਹਿ ਰਿਹਾ ਹੈ ਕਿ ਇੱਕ ਬਹੁਤ ਨੈਰੋ ਔਰ ਬਹੁਤ ਤੇਜ਼ ਘੁੰਮਦੀ ਹਵਾ ਜਦੋਂ ਇੱਕ ਥੰਡਰਸਟਾਰਮ ਦੇ ਰੂਪ ਦੇ ਵਿੱਚ ਗਰਾਊਂਡ ਤੱਕ ਆਉਂਦੀ ਆ, ਤਾਂ ਉਹਨੂੰ ਇਹ ਟੋਰਨੇਡੋ ਕਹਿ ਦਿੰਦੇ ਆ। ਜਿਹੜਾ ਟਵਿਸਟਰ ਆ, ਇਹ ਟਿਪੀਕਲੀ ਉੱਥੋਂ ਓਰੀਜੀਨੇਟ ਹੁੰਦਾ ਹੈ, ਅਤੇ ਮੁੜ ਕੇ ਤਾਂ ਨੂੰ ਸਿੱਧੇ ਦਾ ਵਰਟੀਕਲੀ ਉੱਪਰ ਨੂੰ ਜਾਣਾ ਸ਼ੁਰੂ ਹੋ ਜਾਂਦਾ, ਕਿਉਂਕਿ ਉੱਥੇ ਹੀਟ ਹੁੰਦੀ ਆ, ਮੋਇਸਚਰ ਹੁੰਦੀ ਆ, ਉਹ ਜ਼ਿੰਮੇਵਾਰ ਹੁੰਦੀ ਆ ਇਹ ਸਾਰੇ ਕੁਛ ਦੇ ਵਿੱਚ। ਕੁਛ ਜਿਹੜੇ ਵਾਟਰ ਸਪੋਰਟਸ ਜਾਂ ਲੈਂਡ ਸਪੋਰਟਸ ਹੁੰਦੇ ਆ, ਜਾਂ ਹੋਰ ਚੀਜ਼ਾਂ ਹੁੰਦੀਆਂ ਆ, ਉਹ ਇਹਦੇ ਵਿੱਚ ਆ ਜਾਂਦੇ ਆ, ਅਤੇ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਹਦੀ ਫਿਰ ਉਹ ਮਿਣਿਆ ਜਾਂਦਾ ਵੀ ਜਿਹੜੇ ਇਹ ਛੋਟੇ ਆ, ਵੱਡੇ ਆ, ਜਾਂ ਕਿਹੜੀ ਇਹਨਾਂ ਦੀ ਕਿਸਮ ਆ, ਉਸ ਹਿਸਾਬ ਨਾਲ ਇਹਨੂੰ
ਕੈਟਾਗਰਾਈਜ਼ ਕੀਤਾ ਜਾਂਦਾ। ਕਈ ਵਾਰੀ ਇਹ 70 ਮਾਈਲ ਪਰ ਆਵਰ ਦੀ ਸਪੀਡ ਦੇ ਨਾਲ ਵੀ ਜਾਂਦੇ ਆ। ਕਈ ਜਿਹੜੇ ਸਵੇਲਸ ਵੱਡੇ ਹੁੰਦੇ ਆ, ਕਈ ਛੋਟੇ ਹੁੰਦੇ ਆ। ਹੁਣ ਇਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਕਈ ਵਾਰੀ ਟੋਰਨੇਡੋ ਵਾਚਸ ਆ। ਇਸ ਵੇਲੇ ਉੱਥੇ ਕਈਆਂ ਥਾਵਾਂ ਦੇ ਉੱਤੇ ਟੋਰਨੇਡੋ ਵਾਚਸ ਆ, ਕਈ ਥਾਵਾਂ ਦੇ ਉੱਤੇ ਟੋਰਨੇਡੋ ਵਾਰਨਿੰਗਸ ਆ। ਇਹਨਾਂ ਦੋਵਾਂ ਦੇ ਵਿੱਚ ਫਰਕ ਕੀ ਆ ਕਿ ਜਿਨ੍ਹਾਂ ਥਾਵਾਂ ਦੇ ਉੱਤੇ ਟੋਰਨੇਡੋ ਵਾਚ ਕਿਹਾ ਜਾ ਰਿਹਾ ਆ, ਉਹਦੇ ਵਿੱਚ ਇਹ ਆ ਕਿ ਕੰਡੀਸ਼ਨਸ ਜਿਹੜੀਆਂ ਜ਼ਿਆਦਾ ਆ, ਇੱਥੇ ਟੋਰਨੇਡੋ ਬਣ ਸਕਦੇ ਆ। ਟੋਰਨੇਡੋ ਵਾਚ ਦੀ ਜਦੋਂ ਅਨਾਊਂਸਮੈਂਟ ਆਉਂਦੀ ਆ, ਤੇ ਵਾਚ ਦਾ ਮਤਲਬ ਇਹ ਆ ਕਿ ਤੁਸੀਂ ਅਲਰਟ ਰਹੋ ਇੱਥੇ। ਤੇ ਜੇ ਵਾਰਨਿੰਗ ਵੀ ਮੁੜ ਕੇ ਤੁਹਾਨੂੰ ਇੱਥੋਂ ਜਾਣਾ ਪਊਗਾ ਜੇ ਵਾਰਨਿੰਗ ਇਸ਼ੂ ਹੋਊਗੀ। ਵਾਚ ਯੂਜ਼ਲੀ ਇੱਕ ਏਰੀਆ ਕਵਰ ਕਰਦੇ ਆ ਕਈ ਮਤਲਬ ਸੈਂਕੜੇ ਮੀਲ ਦੇ ਵਿੱਚ, ਤੇ ਲਗਭਗ ਕਈ ਘੰਟੇ ਇਹਦੇ ਵਿੱਚ ਰਹਿੰਦੀ ਹੈ। ਜਿਹੜੀ ਨੈਸ਼ਨਲ ਵੈਦਰ ਸਰਵਿਸ ਇਹਦੇ ਬਾਰੇ ਸਮੇਂ-ਸਮੇਂ ਦੇ ਉੱਤੇ ਜਾਣਕਾਰੀ ਜਿਹੜੀ ਆ ਉਹ ਦਿੰਦੀ ਰਹਿੰਦੀ ਆ। ਤੇ ਦੂਜੇ ਪਾਸੇ ਜਿਹੜੀਆਂ ਵਾਰਨਿੰਗਸ ਆ, ਉਹਨਾਂ ਦਾ ਅਸਰ ਜਾਂ ਉਹਨੂੰ ਵੱਖਰੇ ਤਰ੍ਹਾਂ ਦੇ ਨਾਲ ਸਮਝਣਾ ਪੈਂਦਾ ਆ ਕਿ ਵਾਰਨਿੰਗ ਜਿਹੜੀ ਆ ਉਹਦੇ ਵਿੱਚ ਤੁਹਾਨੂੰ ਉੱਥੋਂ ਕੱਢਿਆ ਜਾ ਸਕਦਾ ਹੁੰਦਾ। ਜਦੋਂ ਕੋਈ ਵੀ ਟੋਰਨੇਡੋ ਵਾਰਨਿੰਗ ਆਉਂਦੀ ਆ ਤਾਂ ਉਹ ਦੇਖਦੇ ਆ ਕਿ ਇਮੀਡੀਏਟਲੀ ਉੱਥੋਂ ਕਿਸੇ ਹੋਰ ਥਾਂ ਦੇ ਉੱਤੇ ਜਿਹੜੀ ਸਟਰੋਂਗ ਬਿਲਡਿੰਗ ਦੇ ਵਿੱਚ ਜਾਂ ਕਿਸੇ ਸ਼ੈਲਟਰ ਦੇ ਵਿੱਚ ਉਹਨਾਂ ਨੂੰ ਲੈ ਜਾਂਦੇ ਆ। ਵਾਰਨਿੰਗ ਹਮੇਸ਼ਾ ਵਰਸ ਹੁੰਦੀ ਆ, ਖਤਰਨਾਕ ਹੁੰਦੀ ਆ, ਇਮੀਡੀਏਟ ਕਾਲ ਹੁੰਦੀ ਆ ਕਿ ਬਸ ਹੁਣ ਖਤਰਾ ਸਿਰ 'ਤੇ ਆ ਤੇ ਇਹਦੇ ਵਿੱਚੋਂ ਨਿਕਲ ਜਾਓ। ਜਦੋਂ ਟੋਰਨੇਡੋ ਵਾਚ ਕਿਹਾ ਜਾਂਦਾ ਤਾਂ ਇਹਦਾ ਮਤਲਬ ਹੁੰਦਾ ਕਿ ਖਤਰਾ ਥੋੜ੍ਹੀ ਦੇਰ ਹੈਗਾ, ਆ ਸਕਦਾ ਆ। ਇਹਨੂੰ 0 ਤੋਂ ਲੈ ਕੇ 5 ਤੱਕ ਰੇਟ ਕਰਦੇ ਆ ਵੀ 5 ਜਦੋਂ ਕਹਿੰਦੇ ਆ ਤੇ ਸਭ ਤੋਂ ਖਤਰਨਾਕ ਹੁੰਦਾ, ਜਦੋਂ 0 ਹੁੰਦਾ ਤਾਂ ਇਹਦਾ ਮਤਲਬ ਉਦੋਂ ਇਹ ਘੱਟ ਹੁੰਦਾ ਤੇ ਵਿੱਚ ਵਿਚਾਲੇ ਇਹਨੂੰ ਰੇਟ ਕੀਤਾ ਜਾਂਦਾ ਹੈ ਕਿ ਜਿੰਨਾ ਇਹ ਡੈਮੇਜ ਕਰਦਾ ਆ। EF 1 2 3 ਇੱਦਾਂ ਦੇ ਹਿਸਾਬ ਦੇ ਨਾਲ। ਜਦੋਂ EF 0 ਕਹਿੰਦੇ ਆ ਤਾਂ ਉਸ ਵੇਲੇ ਇਹ 65 ਤੋਂ 80 ਮੀਲ ਪਰ ਜਿਹੜੀ ਇਹਦੀ ਰਫ਼ਤਾਰ ਹੁੰਦੀ ਆ। ਤੇ ਜਿਹੜਾ EF 5 ਆ ਉਹ ਸਭ ਤੋਂ ਜ਼ਿਆਦਾ ਹੁੰਦੀ ਆ। ਜਦੋਂ EF 5 ਦੀ ਵਾਰਨਿੰਗ ਆਉਂਦੀ ਆ, ਉਹਦਾ ਮਤਲਬ ਇਹ ਹੁੰਦਾ ਕਿ EF 5 ਦਾ ਮਤਲਬ ਆ ਕਿ ਉਹ ਜਿਹੜਾ ਹਵਾ ਦਾ ਵਾਵਰੋਲਾ ਜਿਹਾ ਬਣਿਆ ਆ ਉਹ 200 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਿਹਾ ਆ, ਜਿਹੜਾ ਕਿ ਫਿਰ ਇੱਕ ਜਿਹੜੀ ਜ਼ਿਆਦਾ ਖਤਰਨਾਕ ਗੱਲ ਦੱਸੀ ਜਾਂਦੀ ਆ। ਕਈ ਬਹੁਤ ਖਤਰਨਾਕ ਹੁੰਦੇ ਆ। ਅੱਜ ਦੇ ਸਮੇਂ ਦੇ ਵਿੱਚ 1925 ਦੇ ਵਿੱਚ ਜਿਹੜਾ ਟੋਰਨੇਡੋ ਆਇਆ ਸੀ ਉਹ ਸਭ ਤੋਂ ਜ਼ਿਆਦਾ ਖਤਰਨਾਕ ਸੀ। 18 ਮਾਰਚ 1925 ਨੂੰ 695 ਲੋਕਾਂ ਦੀ ਮੌਤ ਹੋਈ ਸੀ ਇਹਦੇ ਵਿੱਚ। ਤੇ ਜਿਹੜੇ 219 ਮੀਲ ਦੇ ਏਰੀਏ ਦੇ ਵਿੱਚ ਮਸੂਰੀ ਤੇ ਸਦਰਨ ਇਲੀਨਾਇਸ ਦੇ ਵਿੱਚ, ਓਹਾਇਓ ਦੇ ਵਿੱਚ ਕੁਛ ਐਕਸਪਰਟ ਕਹਿੰਦੇ ਆ ਵੀ ਇਹਦਾ ਪਾਥ ਲੰਬਾ ਵੀ ਹੋ ਸਕਦਾ। ਆ ਸਾਰਾ ਸੀਜ਼ਨ ਜਿੱਥੇ ਜਿੱਥੇ ਵੀ ਟੋਰਨੇਡੋਜ਼ ਆਉਂਦੇ ਆ ਉੱਥੇ ਕਾਫੀ ਜ਼ਿਆਦਾ ਖਤਰਨਾਕ ਹੁੰਦਾ ਆ, ਔਰ ਇਹਦੇ ਵਿੱਚ ਜ਼ਿਆਦਾ ਧਿਆਨ ਰੱਖਣ ਦੀ ਲੋੜ ਜਿਹੜੇ ਆ ਵਿਗਿਆਨੀ ਉਹ ਦੱਸ ਰਹੇ ਆ। ਥੋੜ੍ਹੇ ਸਮੇਂ ਦੇ ਵਿੱਚ ਹੀ ਕਾਫੀ ਟੋਰਨੇਡੋਜ਼ ਨੇ ਆ ਕੇ ਤਬਾਹੀ ਵੀ ਮਚਾ ਦਿੱਤੀ ਆ। ਅਗਲੀ ਖਬਰ ਮੈਡੀਕੇਡ ਬਾਰੇ ਆ। ਮੈਡੀਕੇਡ ਇੱਕ ਫੈਡਰਲ ਤੇ ਸਟੇਟ ਪ੍ਰੋਗਰਾਮ ਆ ਜਿਹੜਾ ਹੈਲਥ ਕੇਅਰ ਕਵਰੇਜ ਪ੍ਰੋਵਾਈਡ ਕਰਦਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਇਨਕਮ ਘੱਟ ਹੁੰਦੀ ਆ। ਉਹ ਪਰਿਵਾਰ ਜਿਹੜੇ ਡਿਸੇਬਿਲਿਟੀਜ਼ ਦੇ ਨਾਲ ਹੁੰਦੇ ਆ ਉਹਨਾਂ ਨੂੰ ਇਹ ਖਾਸ ਤੌਰ 'ਤੇ ਸਹਾਇਤਾ ਦਿੰਦੇ ਆ। ਇਹਦੇ ਵਿੱਚ ਸਰਕਾਰ ਨੇ ਜਦੋਂ ਕਰੋਨਾ ਵਾਇਰਸ ਆਇਆ ਸੀ ਲੋਕਾਂ ਦੀ ਕਈ ਤਰ੍ਹਾਂ ਦੀ ਸਹਾਇਤਾ ਕੀਤੀ ਸੀ, ਉਹਦੇ ਵਿੱਚ ਇੱਕ ਮੈਡੀਕੇਡ ਬਾਰੇ ਸੀਗੀ। ਹੁਣ ਉਹ ਜਿਹੜੇ ਪ੍ਰੋਗਰਾਮ ਸੀਗੇ ਇਹਨਾਂ ਦੇ ਉਹ ਖਤਮ ਹੋ ਜਾਣੇ ਆ। ਇੱਕ ਤਾਂ ਇਹ ਮੈਡੀਕੇਡ ਜਿੱਦਾਂ ਆਹ ਅਪ੍ਰੈਲ ਦੇ ਵਿੱਚ ਕੱਲ੍ਹ ਨੂੰ ਖਤਮ ਹੋ ਰਿਹਾ, ਤੇ ਬਾਕੀ ਆਉਣ ਵਾਲੇ ਸਮੇਂ 'ਚ ਖਤਮ ਹੋ ਜਾਣੇ। ਦਾ ਅਸਰ ਬਹੁਤ ਪੈਣਾ ਮੈਡੀਕੇਡ, ਕਿਉਂਕਿ ਸਟੇਟ ਤੇ ਫੈਡਰਲ ਦੋਵਾਂ ਦਾ ਕੰਮ ਆ ਕਿ ਜਿਹੜੇ ਲੋ ਇਨਕਮ ਵਾਲੇ ਆ ਉਹਨਾਂ ਦਾ ਹੈਲਥ ਕੇਅਰ ਕਵਰੇਜ ਕਰਨ ਦੇ ਲਈ 1965 ਦੇ ਵਿੱਚ ਸ਼ੁਰੂ ਕੀਤਾ ਸੀ ਜਿਹੜਾ ਸੋਸ਼ਲ ਸਿਕਿਉਰਿਟੀ ਐਕਟ ਸੀ ਉਹਦੇ ਵਿੱਚ। ਤੇ ਸੈਂਟਰ ਫॉर ਮੈਡੀਕੇਅਰ ਤੇ ਮੈਡੀਕੇਡ ਸਰਵਿਸਿਜ਼ CMS ਪ੍ਰੋਗਰਾਮ ਨੂੰ ਇੱਦਾਂ ਡਿਜ਼ਾਈਨ ਕੀਤਾ ਗਿਆ ਸੀ ਕਿ ਜਿਹੜੀ ਜ਼ਰੂਰੀ ਸਿਹਤ ਸੰਬੰਧੀ ਸੇਵਾਵਾਂ ਆ ਜਿਹਦੇ ਵਿੱਚ ਪ੍ਰੀਵੈਂਟਿਵ ਕੇਅਰ ਵੀ ਆ, ਪ੍ਰਾਇਮਰੀ ਕੇਅਰ ਵੀ ਆ, ਹਸਪੀਟਲ ਵੀ ਆ, ਲੌਂਗ ਟਰਮ ਕੇਅਰ ਵੀ, ਸਾਰਾ ਕੁਛ ਇਹਦੇ ਵਿੱਚ ਸੀਗਾ। ਹੁਣ ਇਹਦੀ ਐਲੀਜੀਬਿਲਟੀ ਕੀ ਆ? ਜਿਹੜੇ ਲੋਕਾਂ ਨੇ ਮੈਡੀਕੇਡ ਦੇ ਲਈ ਐਲੀਜੀਬਲ ਹੋਣਾ ਆ ਉਹਨਾਂ ਦੀ ਇਨਕਮ ਦੇ ਉੱਤੇ ਬੇਸ ਆ ਕਿ ਉਹਨਾਂ ਦੀ ਇਨਕਮ ਕਿੰਨੀ ਆ, ਏਜ ਕਿੰਨੀ ਆ, ਡਿਸੇਬਿਲਟੀ ਸਟੇਟਸ ਕੀ ਆ, ਉਹਨਾਂ ਦੀ ਫੈਮਿਲੀ ਸਾਈਜ਼ ਕੀ ਆ। ਜਿਹੜਾ ਵੀ ਇੰਡੀਵਿਜੂਅਲ ਆ, ਪਰਿਵਾਰ ਜਿਹਦੀ ਇਨਕਮ ਲਗਭਗ ਜਿਹੜੀ ਫੈਡਰਲ ਪਾਵਰਟੀ ਲੈਵਲ ਆ ਉਹਦੇ ਤੋਂ 138% ਤੋਂ ਥੱਲੇ ਆ, ਉਹਨੂੰ ਇਹਦੇ ਵਿੱਚ ਮੰਨ ਲਿਆ ਜਾਂਦਾ ਮੈਡੀਕੇਡ ਦੇ ਵਿੱਚ। ਜਿਹੜੀ ਐਲੀਜੀਬਿਲਟੀ ਕ੍ਰਾਈਟੇਰੀਆ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਵੀ ਵੇਰੀ ਕਰਦਾ ਆ। ਤੇ ਇਹ ਕਵਰੇਜ ਜਿਹੜੀ ਇਹਦੀ ਕਵਰੇਜ ਹੈਗੀ ਆ ਹਾਇਰ ਇਨਕਮਸ ਦੇ ਨਾਲ, ਜਾਂ ਜਿਹੜੇ ਮਤਲਬ ਵੱਡਾ ਇੱਕ ਮਿਲੀਅਨਸ ਆਫ ਲੋਕਾਂ ਦੇ ਲਈ ਇਹਦਾ ਫਾਇਦਾ ਹੁੰਦਾ ਆ। ਤੇ ਉਹਦੇ ਉੱਤੇ ਤਹਿਤ ਇਹਦੇ ਜਿਹੜਾ ਕਈ ਰੇਂਜ ਦੀਆਂ ਮੈਡੀਕਲ ਸਰਵਿਸਿਜ਼ ਹੁੰਦੀਆਂ ਜਿਹਦੇ ਡਾਕਟਰ ਦੀ ਵਿਜ਼ਿਟ ਵੀ ਆ, ਹਸਪੀਟਲ ਸਟੇ ਵੀ ਆ, ਕੋਈ ਦਵਾਈ ਦੇਣੀ ਆ ਉਹ ਵੀ ਆ, ਲੈਬੋਰਟਰੀ ਵੀ ਆ। ਇਹ ਸਾਰਾ ਕੁਛ ਲੌਂਗ ਟਰਮ ਕੇਅਰ ਨੂੰ ਵੀ ਇਹਦੇ ਵਿੱਚ ਕਵਰ ਕੀਤਾ ਜਾਂਦਾ ਆ ਕਿ ਇਹ ਜਿਹੜੇ ਮਤਲਬ ਇਹ ਉਹਨਾਂ ਨੂੰ ਵੀ ਸਹਾਇਤਾ ਦਿੰਦੀ ਹੈ ਜਿਨ੍ਹਾਂ ਕੋਲੇ ਵੈਸੇ ਅਨਇੰਸ਼ੋਰਡ ਹੁੰਦੇ ਆ ਉਹ ਜਾਂ ਅੰਡਰ ਇੰਸ਼ੋਰਡ ਹੁੰਦੇ ਆ। ਉਹਨਾਂ ਦੋਵਾਂ ਦੀ ਮਦਦ ਕਰਦੀ ਆ। ਸੋ ਇਹਦੇ ਚੈਲੰਜਸ ਵੀ ਸੀਗੇ, ਭਾਵੇਂ ਬੈਨੀਫਿਟ ਬਹੁਤ ਸਾਰੇ ਸੀਗੇ ਇਹਦਾ, ਔਰ ਹੈਲਥ ਕੇਅਰ ਦੇ ਪ੍ਰੋਵਾਈਡਰ ਜਿਹੜੇ ਇਹਨੂੰ
ਕਿੱਦਾਂ ਦੇਖ ਰਹੇ ਆ, ਇਹਦੇ ਵਿੱਚ ਰੀਇੰਬਰਸਮੈਂਟ ਕਿੱਦਾਂ ਹੁੰਦੀ, ਉਹ ਸਾਰੀਆਂ ਵੀ ਇਹਦੇ ਵਿੱਚ ਜਿਹੜੀਆਂ ਸਮੱਸਿਆਵਾਂ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਇਹਦੇ ਵਿੱਚ ਆਉਂਦੀਆਂ ਰਹੀਆਂ ਆ। ਪਿਛਲੇ ਸਮੇਂ ਦੇ ਵਿੱਚ ਇਹਦੇ ਉੱਤੇ ਕਾਫੀ ਸਾਰਾ ਡਿਬੇਟ ਵੀ ਇਸ ਵਿਸ਼ੇ ਦੇ ਉੱਤੇ ਹੋਇਆ ਆ। ਹੁਣ ਆ ਜਦੋਂ ਹਫਤਾ ਖਤਮ ਹੋ ਜਾਣਾ ਕੱਲ੍ਹ ਨੂੰ, ਤਾਂ ਜਿਹੜੀਆਂ ਸਟੇਟਸ ਨੇ ਉਹਨਾਂ ਨੇ 15 ਮਿਲੀਅਨ ਜਿਹੜੇ ਲੋ ਇਨਕਮ ਅਮਰੀਕਨਸ ਨੇ ਉਹਨਾਂ ਨੇ ਮੈਡੀਕਲ ਰੋਲ ਤੋਂ ਪਾਸੇ ਕਰ ਦੇਣੇ ਆ। ਤੇ ਜਿਹੜੀ ਸਭ ਤੋਂ ਜ਼ਿਆਦਾ ਹੋਊਗੀ ਪੈਂਡੈਮਿਕ ਏਰਾ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀ, ਉਹ ਹੁਣ ਹੈਲਥ ਇੰਸ਼ੋਰੈਂਸ ਹੌਲੀ ਹੌਲੀ ਜਿਹੜੀ ਆ ਇਹ ਬੰਦ ਹੋ ਜਾਣੀ ਹੈ। ਜਿਹੜੀ ਟੈਂਪਰੇਰੀ ਗਰੰਟੀ ਸੀਗੀ ਉਹਨਾਂ ਦੀ ਸੇਫਟੀ ਨੈਟ ਹੈਲਥ ਕਵਰੇਜ ਦੀ ਪਿਛਲੇ 3 ਸਾਲਾਂ ਤੋਂ ਹਰ ਇੱਕ ਸਟੇਟ ਦੇ ਵਿੱਚ ਹੌਲੀ ਹੌਲੀ ਉਹ ਖਤਮ ਹੋ ਰਹੀ ਆ। ਜਿਹੜੀਆਂ ਮੈਡੀਕੇਡ ਬੈਨੀਫਿਸ਼ਰੀ ਐਕਚੁਅਲੀ ਜਿੱਥੇ ਹੈਗੇ ਆ ਪੂਰੇ ਦੇਸ਼ ਦੇ ਵਿੱਚ ਅਫੀਸ਼ੀਅਲ ਜਿਹੜੇ ਆ ਉਹ ਤਿਆਰ ਹੋ ਰਹੇ ਆ ਇਸ ਮਹੀਨੇ ਦੇ ਵਿੱਚ ਇਸ ਗੱਲਬਾਤ ਦੇ ਲਈ ਕਿ ਉਹ ਇਹਦੇ ਉੱਤੇ ਕਿਸ ਤਰੀਕੇ ਦੇ ਨਾਲ ਰਿਲਾਈ ਕਰਨਗੇ। ਤੇ ਜਿਹੜੇ ਮੈਡੀਕੇਡ ਬੈਨੀਫਿਸ਼ਰੀਜ਼ ਆ ਉਹਨਾਂ ਦਾ ਇਹਦੇ ਵਿੱਚ ਸਿੱਧਾ ਇੱਕ ਤਰੀਕੇ ਦੇ ਨਾਲ ਨੁਕਸਾਨ ਹੋ ਜਾਊਗਾ ਜਾਂ ਉਹਨਾਂ ਨੂੰ ਬੰਦ ਕਰ ਦੇਣੀ ਹੈ, ਕਿਉਂਕਿ ਉਸ ਵੇਲੇ ਇਹਨਾਂ ਨੇ ਜਦੋਂ ਕਰੋਨਾ ਸੀਗਾ ਉਸ ਵੇਲੇ ਅਨਾਊਂਸਮੈਂਟ ਕੀਤੀਆਂ ਸੀਗੀਆਂ, ਉਹ ਸਾਰਾ ਕੁਝ ਦਿੱਤਾ ਜਾਂਦਾ ਸੀ। ਤੇ ਹੁਣ ਮੈਡੀਕੇਡ ਜਿਹੜੀ ਆ ਅਨਵਾਈਂਡਿੰਗ ਕਰ ਰਹੀ ਆ ਜਿਹੜੀ ਇਹਨੂੰ ਸਾਰੇ ਕੁਝ ਨੂੰ, ਤੇ ਲੋਕ ਇਹਦੇ ਨਾਲ ਉਹਨਾਂ ਨੂੰ ਕਵਰੇਜ ਕਿੱਦਾਂ ਮਿਲਦੀ ਆ, ਕਿੰਨਾ ਕੁ ਉਹਨਾਂ ਨੂੰ ਇਹਦੇ ਵਿੱਚ ਫਾਇਦਾ ਹੁੰਦਾ ਆ, ਤੇ ਕੀ ਜਿਹੜਾ ਅਫੋਰਡੇਬਲ ਕੇਅਰ ਐਕਟ ਆ ਇਸ ਵੇਲੇ ਉਹ ਜਦੋਂ ਕੁਝ ਦਹਾਕੇ ਪਹਿਲਾਂ ਸਾਹਮਣੇ ਆਇਆ ਸੀ ਉਹਦੇ ਵਿੱਚ ਜੋ ਕੁਝ ਹੁੰਦਾ ਸੀ, ਇਸ ਵੇਲੇ ਅਮਰੀਕਾ ਦੇ ਵਿੱਚ ਇਹ ਰਹੂਗਾ ਜਾਂ ਨਹੀਂ ਰਹੂਗਾ। ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲਾਂ ਬਾਤਾਂ ਕਾਫੀ ਹੱਦ ਤੱਕ ਜਿਹੜੀਆਂ ਸਾਡੇ ਸਾਹਮਣੇ ਆਉਣਗੀਆਂ। ਪਰ ਇੱਕ ਬੜੀ ਵੱਡੀ ਗੱਲਬਾਤ ਆ ਕਿ ਇਹ ਮੈਡੀਕੇਡ ਹੁਣ ਖਤਮ ਹੋ ਜਾਣਾ ਕੋਈ ਸਟੇਟਾਂ ਦੇ ਵਿੱਚ ਹੁਣ, ਤੇ ਬਾਕੀ ਜਿਹੜੀਆਂ ਪਾਲਿਸੀਜ਼ ਆ ਉਹ ਵੀ ਕੋਵਿਡ ਦੇ ਵਿੱਚ ਜਿਹੜੀਆਂ ਇਹਨਾਂ ਨੇ ਸਹਾਇਤਾ ਲੋਕਾਂ ਦੀ ਕੀਤੀ ਸੀ ਇੱਕ ਕਰਕੇ ਪਿੱਛੇ ਜਾ ਰਹੀਆਂ। ਤੇ ਜਿਹਦਾ ਕੁਦਰਤੀ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਥੋੜ੍ਹਾ ਜਿਹਾ ਜਿਹੜੀ ਆਦਤ ਪੈ ਚੁੱਕੀ ਸੀ ਉਹਦੇ ਤੋਂ ਵੀ ਪਿੱਛੇ ਇਹ ਜਾਣਗੇ। ਅਗਲੀ ਗੱਲਬਾਤ ਦੋਸਤੋ, ਇੱਕ ਜਿਹੜੀ ਵਾਲ ਸਟਰੀਟ ਜਰਨਲ ਦਾ ਪੱਤਰਕਾਰ ਆ ਉਹਦੀ ਜਿਹੜਾ ਉਹਨੂੰ ਜਸੂਸੀ ਦੇ ਦੋਸ਼ ਦੇ ਵਿੱਚ ਫੜਿਆ ਰੂਸ ਦੀ ਫੈਡਰਲ ਸਿਕਿਉਰਿਟੀ ਸਰਵਿਸ ਯਾਨੀ ਕਿ FSB ਨੇ। ਆਰੋਪ ਉਹਨਾਂ ਨੇ ਇਹ ਲਾਇਆ ਸੀ ਕਿ ਇਵਾਨ ਗੋਰਸ਼ਕੋਚ ਨਾਂ ਦਾ ਇਹ ਪੱਤਰਕਾਰ ਆ ਜਿਹੜਾ ਅਮਰੀਕਾ ਦੇ ਕਹਿਣ ਦੇ ਉੱਤੇ ਰੂਸ ਦੇ ਮਿਲਟਰੀ ਇੰਡਸਟਰੀਅਲ ਕੰਪਲੈਕਸ ਦੇ ਵਿੱਚ ਉੱਥੋਂ ਜਾਣਕਾਰੀ ਇਕੱਠਾ ਕਰ ਰਿਹਾ ਹੈ। FSB ਨੇ ਇਹ ਵੀ ਗੱਲਬਾਤ ਦੱਸੀ ਸੀ ਕਿ ਇਆਨ ਨੂੰ ਮਾਸਕੋ ਦੇ ਵਿੱਚ 900 ਮੀਲ ਦੂਰ ਯੈਕਟੋਰਬਰਗ ਨਾਂ ਦੇ ਸ਼ਹਿਰ ਦੇ ਉੱਤੇ ਗ੍ਰਿਫਤਾਰ ਕੀਤਾ ਆ। ਤੇ ਪ੍ਰੈਸ ਸਟੇਟਮੈਂਟ ਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਇਵਾਨ ਦੇ ਖਿਲਾਫ ਕ੍ਰਿਮੀਨਲ ਕੋਡ ਦੀ ਧਾਰਾ 276 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਤੇ ਪੱਤਰਕਾਰ ਜਿਹੜੀ ਗ੍ਰਿਫਤਾਰੀ ਤੇ ਵਾਲ ਸਟਰੀਟ ਜਰਨਲ ਨੇ ਚਿੰਤਾ ਵੀ ਜ਼ਾਹਰ ਕੀਤੀ ਸੀ। ਤੇ ਹੁਣ ਸਾਰੇ ਰੂਸ ਦੇ ਵਿੱਚ ਜਿੰਨੇ ਹੈਗੇ ਨੇ ਇਹਨਾਂ ਦੇ ਲੋਕ, ਇਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਜਿੰਨੀ ਜਲਦੀ ਹੋ ਸਕਦਾ ਉੱਥੋਂ ਬਾਹਰ ਆ ਜਾਓ। ਹਾਲਾਂਕਿ ਇਹਦੇ ਉੱਤੇ ਬਹੁਤੀ ਪ੍ਰਤੀਕਿਰਿਆ ਨਹੀਂ ਆਈ, ਪਰ ਇਹਦੀ ਆਲੋਚਨਾ ਸਾਰੇ ਪਾਸਿਓਂ ਹੋ ਰਹੀ ਹੈ। ਜਿਹੜੇ ਪੱਤਰਕਾਰ ਨੇ ਰੂਸ ਦੀ ਜਸੂਸੀ ਦੇ ਆਰੋਪ ਦੇ ਵਿੱਚ ਜਦੋਂ ਗ੍ਰਿਫਤਾਰ ਕੀਤਾ ਹੈ ਉਹਨਾਂ ਨੂੰ, ਤਾਂ ਇਹਦੀ ਆਲੋਚਨਾ ਸਾਰੇ ਪਾਸਿਓਂ ਹੋ ਰਹੀ ਹੈ। ਜਿਹੜੀ ਨਿਊਜ਼ ਏਜੰਸੀ ਆ AFP, ਦ ਮਾਸਕੋ ਟਾਈਮਜ਼, ਨਿਊਯਾਰਕ ਟਾਈਮਜ਼, ਇਹ ਇਕੱਲਾ ਵਾਲ ਸਟਰੀਟ ਜਰਨਲ ਹੀ ਇਹਨਾਂ ਦੇ ਲਈ ਵੀ ਕੰਮ ਕਰਦਾ ਸੀ। ਜਿਹੜਾ ਲੋਕਲ ਮੀਡੀਆ ਆ ਉਹਦੇ ਮੁਤਾਬਕ ਇਵਾਨ ਜਿਹੜਾ ਆ ਯੂਕਰੇਨ ਜੰਗ ਤੇ ਰੂਸ ਦੀ ਜਿਹੜੀ ਪ੍ਰਾਈਵੇਟ ਮਿਲਟਰੀ ਵੈਗਨਰ ਗਰੁੱਪ ਨੂੰ ਕਵਰ ਕਰ ਰਿਹਾ ਸੀ। ਤੇ ਆਖਰੀ ਰਿਪੋਰਟ ਤੱਕ ਜਿਹੜੀ ਰੂਸ ਦੀ ਅਰਥ ਵਿਵਸਥਾ ਉੱਤੇ ਸੀਗੀ ਜਿਹੜੀ ਤਬਾਹ ਹੋ ਚੁੱਕੀ, ਉਹਦੇ ਉੱਤੇ ਉਹਨੇ ਰਿਪੋਰਟ ਦਿੱਤੀ ਸੀ। ਸੋ ਅਲ ਜਜ਼ੀਰਾ ਦੇ ਮੁਤਾਬਕ ਜਿਹੜੇ ਉਹਦੇ 'ਤੇ ਦੋਸ਼ ਲੱਗੇ ਆ ਉਹ ਜੇ ਸਾਬਤ ਹੁੰਦੇ ਆ ਤਾਂ ਉਹਨੂੰ 20 ਸਾਲ ਦੀ ਸਜ਼ਾ ਹੋ ਸਕਦੀ ਹੈ। ਤੇ ਮਤਲਬ ਇਹ ਜਦੋਂ ਦੀ ਲੜਾਈ ਲੱਗੀ ਆ ਕਿਸੇ ਅਮਰੀਕੀ ਪੱਤਰਕਾਰ ਨੂੰ ਪਹਿਲਾ ਮਾਮਲਾ ਉੱਥੇ ਗ੍ਰਿਫਤਾਰ ਕੀਤਾ ਜਾਣ ਦਾ। ਤੇ ਜਿਹੜੇ ਇਹਦੇ ਚੀਫ ਨੇ ਵਾਲ ਸਟਰੀਟ ਜਰਨਲ ਦੇ ਐਡੀਟਰ ਇਨ ਚੀਫ ਨੇ ਐਮਾ ਟੱਕਰ, ਉਹਨਾਂ ਨੇ ਦੱਸਿਆ ਇਸ ਗੱਲਬਾਤ ਦੇ ਵਿੱਚ ਕਿ ਉਹ ਬਹੁਤ ਜ਼ਿਆਦਾ ਕੰਸਰਨਡ ਨੇ ਉਹਦੀ ਸੇਫਟੀ ਦੇ ਲਈ, ਇਵਾਨ ਗੋਰਸ਼ਵਿਕ ਦੀ, ਤੇ ਜਿਹਨੂੰ ਉੱਥੇ ਅਰੈਸਟ ਕੀਤਾ ਗਿਆ। ਤੇ ਉਹ ਕਹਿੰਦੇ ਸਾਨੂੰ ਬਹੁਤ ਦੁੱਖ ਆ ਇਸ ਗੱਲ ਦਾ ਕਿ ਸਾਡੇ ਰਿਪੋਰਟਰ ਨੂੰ ਉੱਥੇ ਉਹਨਾਂ ਨੇ ਡਿਟੇਨ ਕੀਤਾ ਆ ਮਾਸਕੋ ਦੇ ਵਿੱਚ। ਜਿਹੜੀ ਸਟੇਟਮੈਂਟ ਇਹਨਾਂ ਦੀ ਆਈ ਆ ਰਸ਼ੀਅਨ ਸਿਕਿਉਰਿਟੀ ਸਰਵਿਸਿਜ਼ ਦੀ, ਇਹਦੇ ਲਈ ਉਹ ਚਿੰਤਤ ਨੇ ਤੇ ਕੋਸ਼ਿਸ਼ ਕਰ ਰਹੇ ਆ ਕਿ ਜਿੰਨੀ ਜਲਦੀ ਹੋ ਸਕਦਾ ਉਹਨੂੰ ਵਾਪਸ ਆਪਣੇ ਘਰ ਲਿਆਂਦਾ ਜਾ ਸਕੇ। ਇਸ ਗੱਲਬਾਤ ਨੇ ਵੀ ਦੁਨੀਆ ਦੇ ਵਿੱਚ ਅੱਜ ਕਾਫੀ ਹੱਦ ਤੱਕ ਚਰਚਾ ਛਿੜੀ ਹੈ ਤੇ ਅਮਰੀਕਾ ਦੀਆਂ ਅਖਬਾਰਾਂ ਦੇ ਵਿੱਚ ਇਹ ਵੀ ਅੱਜ ਸੁਰਖੀ ਬਣੀ। ਦੋਸਤੋ, ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕੱਲ੍ਹ ਦੀਆਂ ਕੁਝ ਹੋਰ ਸੋਮਵਾਰ ਦੀਆਂ ਕੁਝ ਹੋਰ ਨਵੀਆਂ ਤਾਜ਼ੀਆਂ ਖਬਰਾਂ ਨਾਲ।